ਇਹ ਗੱਲ ਕਹਿੰਦੇ ਆ ਵੀ ਇਸ ਕਿਸਾਨਾਂ ਨੂੰ ਵੀ ਅੰਨਦਾਤਾ ਕਿਉਂ ਕਿਹਾ ਜਾਏ। ਕੱਲ ਨੂੰ ਇਹੀ ਬੰਦੇ ਇਹ ਆਰਮੀ ਵਾਲੇ ਨੂੰ ਵੀ ਕਹਿ ਸਕਦੇ ਨੇ, ਸਾਡੇ ਦੇਸ਼ ਦੀ ਜਿਹੜੀ ਫੌਜ ਜਿਹੜੇ ਸਰਹੱਦ ਤੇ ਰੱਖਿਆ ਕਰਦੀ ਆ ਉਹਨਾਂ ਨੂੰ ਵੀ ਕਹਿਣਗੇ ਇਹ ਤਨਖਾਹ ਲੈਂਦੇ ਆ ਤਾਂ ਸੇਵਾ ਕਰਦੇ ਨੇ। ਵੀ ਇਹੋ ਜਿਹਾ ਕਿਹੜਾ ਬੰਦਾ ਜਿਹੜਾ ਜਾਨ ਦੀ ਪਰਵਾਹ ਆਪਣੀ ਨਾ ਕਰਦਾ ਹੋਇਆ ਸਰਹੱਦ ਤੇ ਖੜਾ ਹੋਊ। ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਗੰਦੇ ਬੰਦਿਆਂ ਨੂੰ ਜਿਹੜੀ ਇਦਾਂ ਦੀਆਂ ਗੱਲਾਂ ਕਰਦੇ ਨੇ। ਖੇਤੀ ਕਰਨ ਦੇ ਲਈ ਇਕੱਲੇ ਬੀਜ ਨਹੀਂ ਬੀਜੇ ਜਾਂਦੇ, ਨਾਲ ਕਿਸਾਨਾਂ ਦਾ ਖੂਨ ਵੀ ਬੀਜਿਆ। 10,000 ਕਿਸਾਨਾਂ ਨੇ ਸੁਸਾਈਡ ਕੀਤਾ, 6,000 ਕਰੋੜ ਦਾ ਕਿਸਾਨਾਂ ਦਾ ਕਰਜ਼ਾ ਆ। ਔਰ ਇਹ ਅੰਬਾਨੀ ਇਹ ਜਿਹੜੀ ਸਰਕਾਰ ਮੋਦੀ ਸਰਕਾਰ ਇੰਨੀ ਗਿਰੀ ਹੋਈ ਸਰਕਾਰ ਹੈ, 6 ਲੱਖ ਕਰੋੜ ਰੁਪਈਆ ਇਹਨਾਂ ਨੇ ਅੰਬਾਨੀ ਅਡਾਨੀਆਂ ਦਾ ਕਰਜ਼ਾ ਮਾਫ ਕਰ ਦਿੱਤਾ, ਪਰ 6,000 ਕਰੋੜ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕਰ ਸਕੇ। ਇਹ ਪੁੱਛਦਾ ਹੈ ਭਾਰਤ, ਤੁਹਾਡੇ ਤੋਂ ਕਦੀ ਨਹੀਂ ਕਿਸੇ ਨੇ ਪੁੱਛਿਆ। ਪੁੱਛਦੇ ਮੁੱਦਿਆਂ ਤੇ ਨਹੀਂ ਪੁੱਛਦੇ ਵੀ 에ਅਰ ਇੰਡੀਆ ਕਿਉਂ ਵੇਚੀ, ਇਹ ਵੀ ਪੁੱਛਦਾ ਭਾਰਤ, ਪਰ ਉਹ ਪੁੱਛਦੇ ਹੀ ਨਹੀਂਗੇ। उन्होंने LIC भेज देनी आ, 2 पब्लिक सैक्टर बैंक भेज देने ने, होर रह की जाना फिर लोगों कोले। ਇਹ ਜਿੰਨੀਆਂ ਵੀ ਚੀਜ਼ਾਂ ਰੇਲਵੇ ਵੇਚ ਰਹੇ ਨੇ, 에ਅਰ ਇੰਡੀਆ ਵੇਚਤਾ। ਜਿਹੜੇ ਬੰਦੇ ਕਹਿ ਰਹੇ ਨੇ ਵੀ APMC ਮੰਡੀ ਖਤਮ ਨਹੀਂ ਹੋਊਗੀ, ਤੁਸੀਂ ਦੱਸੋ ਮੈਨੂੰ ਜੀਓ ਦੇ ਸਾਹਮਣੇ BSNL ਕਿਵੇਂ ਖਤਮ ਹੋ ਗਈ। ਸ਼ਰਾਰਤੀ ਹੁੰਦੇ ਨੇ ਲੋਕ, ਉਹ ਕਹਿੰਦੇ ਨੇ ਅਸੀਂ ਤਾਂ ਜੀ 200 ਰੁਪਏ ਕਿਲੋ ਆਟਾ ਵੀ ਲੈ ਲਾਂਗੇ, ਸਾਡੇ ਕੋਲ ਤਾਂ ਹੈਗੇ ਨੇ ਪੈਸੇ। ਤੇ ਉਹ ਸੰਘਰਸ਼ ਨਾ ਹੋਣ ਜੀ, ਉਹ 300 ਦਾ ਲੈ ਲੈਣ, 400 ਲੈ ਲੈਣ। ਸਾਨੂੰ ਅਸੀਂ ਮਿਡਲ ਕਲਾਸ ਬੰਦੇ ਆ ਜੀ, ਸਾਡੇ ਕੋਈ ਬਿਜ਼ਨਸ ਨਹੀਂ ਚੱਲਦੇ, ਸਾਡੇ ਮਾਪਿਓ ਸਰਕਾਰੀ ਅਫਸਰ ਨੇ ਜੀ ਸਭ ਦੇ, ਤੇ ਅਸੀਂ ਸਾਰੇ ਨਾਰਮਲ ਕਲਾਸ ਆ। ਅਸੀਂ ਮਜ਼ਦੂਰਾਂ ਦੀ ਲੜਾਈ ਵੀ ਲੜ ਰਹੇ ਹਾਂ। ਜਿਹੜੇ ਐਕਟਰਸ ਨੇ ਉਹਨਾਂ ਨੇ ਆਪਣੇ ਪੰਜਾਬ ਦੇ ਖੇਤ ਦਿਖਾ ਕੇ ਆਪਣੀਆਂ ਫਿਲਮਾਂ ਦੇ ਬੜੇ ਕਰੋੜਾਂ ਰੁਪਈਏ ਕਮਾਏ, ਤੇ ਅੱਜ ਜਦੋਂ ਉਹਨਾਂ ਨੇ ਖੇਤਾਂ ਦੀ ਬਚਾਉਣ ਦੀ ਗੱਲ ਆਈ ਤਾਂ ਸਾਰੇ ਪਿੱਛੇ ਹਟ। ਇਹੋ ਜਿਹੇ ਐਕਟਰਾਂ ਦਾ ਬਾਈਕਾਟ ਕਰਨਾ ਚਾਹੀਦਾ। ਇਹ ਲੋਕਾਂ ਦੇ ਨਾਮ ਦੇ ਉੱਤੇ, ਲੋਕਾਂ ਦੀ ਕਿਸਾਨੀ ਦੇ ਉੱਤੇ, ਜਾਂ ਪੰਜਾਬੀ ਬਣ ਕੇ ਜਾਂ ਇਹ ਫਿਲਮ ਬਣਾਉਂਦੇ ਨੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ। ਚੱਕਾ ਜਾਮ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸੱਦਾ ਦਿੱਤਾ ਗਿਆ ਸੀ ਤੇ ਨੌਜਵਾਨ ਪੀੜ੍ਹੀ ਵੱਧ ਚੜ ਕੇ ਪਹੁੰਚ ਰਹੀ ਹੈ। ਨੌਜਵਾਨ ਜਿਨ੍ਹਾਂ ਨੂੰ ਅਸੀਂ ਆਪਣੇ ਦੇਸ਼ ਦਾ ਭਵਿੱਖ ਕਹਿੰਦੇ ਆ, ਉਹ ਭਵਿੱਖ ਅੱਜ ਆਪਣਾ ਭਵਿੱਖ ਬਚਾਉਣ ਲਈ ਵੱਧ ਚੜ ਕੇ ਅੱਜ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈ ਰਿਹਾ। ਚਾਹੇ ਉਹ ਦਿੱਲੀ 'ਚ ਹੋਵੇ, ਚਾਹੇ ਜਿਹੜੇ ਦਿੱਲੀ ਨਹੀਂ ਜਾ ਸਕਦੇ, ਉਹ ਜੋ ਵੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰਕੇ ਸਾਥ ਜ਼ਰੂਰ ਦੇ ਰਿਹਾ, ਕਿਉਂਕਿ ਆਪਾਂ ਭਵਿੱਖ ਕਹਿੰਦੇ ਆ ਆਪਣੇ ਨੌਜਵਾਨਾਂ ਨੂੰ, ਅਤੇ ਭਵਿੱਖ ਉਹ ਆਪਣਾ ਬਚਾਉਣ ਦੇ ਲਈ, ਕਿਸਾਨੀ ਬਚਾਉਣ ਦੇ ਲਈ ਅੱਜ ਸੰਘਰਸ਼ ਕਰ ਰਹੇ ਨੇ। ਤਾਂ ਸਾਡੇ ਨਾਲ ਇੱਥੇ ਨੌਜਵਾਨ ਮੌਜੂਦ ਨੇ। ਬਾਈ ਜੀ, ਨੌਜਵਾਨਾਂ ਨੂੰ ਆਪਣੇ ਦੇਸ਼ ਦਾ ਭਵਿੱਖ ਕਹਿੰਦੇ ਆ, ਤੇ ਤੁਸੀਂ ਅੱਜ ਆਪਣਾ ਭਵਿੱਖ ਬਚਾਉਣ ਦੇ ਲਈ ਅੱਜ ਇੱਥੇ ਲੜਾਈ ਲੜ ਰਹੇ ਹੋ, ਕੀ ਕਹਿਣਾ ਚਾਹੋਗੇ? ਜੀ, ਇਹ ਕਾਲੇ ਕਾਨੂੰਨ ਇਕੱਲੇ ਕਿਸਾਨਾਂ ਦੇ ਅਗੇਂਸਟ ਨਹੀਂ ਗਏ, ਇਹ ਸਾਰੇ ਸਾਡੇ ਜਨ ਵਰਗ ਦੇ, ਜਿੰਨੇ ਡਾਕਟਰ, ਲਾਇਰ, ਸਟੂਡੈਂਟ, ਸਭ ਦੇ ਅਗੇਂਸਟ ਹੈ ਜੀ। ਕੱਲ ਨੂੰ ਜਦੋਂ ਸਬਜ਼ੀਆਂ ਦੇ ਭਾਅ ਮਹਿੰਗੇ ਹੋਏ, ਜਦੋਂ ਕੋਆਪਰੇਟ ਘਰਾਣੇ ਵਿੱਚ ਆ ਗਏ, ਜਿਹੜਾ ਕਿਸਾਨ ਤੋਂ ਲਈ ਸਬਜ਼ੀ ਦਾ ਮੁੱਲ ਤੇ ਜਿਹੜਾ ਮਾਰਕੀਟ 'ਚ ਵਿਕੂਗਾ ਉਹ 'ਚ ਜ਼ਮੀਨ ਆਸਮਾਨ ਦਾ ਫਰਕ ਹੋਊਗਾ। ਸਾਡੇ ਕੋਲੇ ਜੇਬਾਂ 'ਚ ਪੈਸੇ ਨਹੀਂ ਰਹਿਣੇ ਖਰੀਦਣ ਦੇ, ਠੀਕ ਹੈ। ਇਸ ਲਈ ਇਹ ਨੌਜਵਾਨ ਤਾਂ ਹੀ ਲੜਨ ਆਇਆ। ਸ਼ਰਾਰਤੀ ਹੁੰਦੇ ਨੇ ਲੋਕ, ਉਹ ਕਹਿੰਦੇ ਨੇ ਅਸੀਂ ਤਾਂ ਜੀ 200 ਰੁਪਏ ਕਿਲੋ ਆਟਾ ਵੀ ਲੈ ਲਾਂਗੇ, ਸਾਡੇ ਕੋਲ ਤਾਂ ਹੈਗੇ ਨੇ ਪੈਸੇ। ਤੇ ਉਹ ਸੰਘਰਸ਼ ਨਾ ਹੋਣ ਜੀ, ਉਹ 300 ਦਾ ਲੈ ਲੈਣ, 400 ਲੈ ਲੈਣ। ਸਾਨੂੰ ਅਸੀਂ ਮਿਡਲ ਕਲਾਸ ਬੰਦੇ ਆ ਜੀ, ਸਾਡੇ ਕੋਈ ਬਿਜ਼ਨਸ ਨਹੀਂ ਚੱਲਦੇ, ਸਾਡੇ ਮਾਪਿਓ ਸਰਕਾਰੀ ਅਫਸਰ ਨੇ ਜੀ ਸਭ ਦੇ, ਤੇ ਅਸੀਂ ਸਾਰੇ ਨਾਰਮਲ ਕਲਾਸ ਆ। ਅਸੀਂ ਮਜ਼ਦੂਰਾਂ ਦੀ ਲੜਾਈ ਵੀ ਲੜ ਰਹੇ ਹਾਂ। ਚਲੋ ਅਸੀਂ ਤਾਂ ਨੌਕਰੀਆਂ ਕਰਦੇ ਹਾਂ, ਅਸੀਂ ਪੜ੍ਹ ਲਿਖ ਕੇ ਨੌਕਰੀਆਂ ਕਰਨਗੇ ਤੇ ਅਸੀਂ ਅਫੋਰਡ ਕਰ ਸਕਦੇ ਕੁਝ ਹੱਦ ਤੱਕ, ਪਰ ਸਾਡੇ ਮਜ਼ਦੂਰ ਜਿਹੜੇ ਪੜ੍ਹੇ ਲਿਖੇ ਨਹੀਂ ਗਏ, ਉਹਨਾਂ ਨੂੰ ਲੌਜ਼ ਬਾਰੇ ਨਹੀਂ ਪਤਾ। ਅਸੀਂ ਉਹਨਾਂ ਦੀ ਵੀ ਲੜਾਈ ਲੜ ਰਹੇ ਹਾਂ, ਅਸੀਂ ਉਹਨਾਂ ਦੇ ਹੱਕ ਲਈ ਵੀ ਲੜਾਈ ਲੜ ਰਹੇ ਹਾਂ ਕਿ ਉਹਨਾਂ ਦਾ ਭਾਅ ਜਦੋਂ ਮਹਿੰਗਾ ਹੋਊਗਾ, ਉਹ ਆਪਦਾ ਮਕਾਨ ਦਾ ਕਿਰਾਇਆ ਦਊਗਾ ਕਿ ਸਬਜ਼ੀ ਖਰੀਦੂਗਾ। ਇੱਕ ਸ਼ੈਲਟਰ ਦੀ ਲੜਾਈ ਹੋ ਜਾਣੀ, ਇੱਕ ਫੂਡ ਦੀ ਲੜਾਈ ਹੋ ਜਾਣੀ ਆ। ਔਰ ਇਹੀ ਆਪਾਂ ਇਹਦੇ ਪਿੱਛੇ ਲੜਦੇ, ਰੋਟੀ ਕੱਪੜਾ ਮਕਾਨ। ਹਾਂ, ਇਹੀ ਰੋਟੀ ਕੱਪੜਾ ਮਕਾਨ। ਰੋਟੀ ਖੋਲੋਗੇ, ਕੱਪੜਾ ਤਾਂ ਚੱਲ ਬੰਦਾ ਪਾਈ ਫਿਰਦਾ ਉਹੀ, ਤੇ ਮਕਾਨ ਖੋਲੋਗੇ ਕੀ ਹੋ ਜਾਊਗਾ। ਕਹਿੰਦੇ ਕਿਸਾਨ ਆਪਣੇ ਆਪ ਨੂੰ ਅੰਨਦਾਤਾ ਕਿਉਂ ਕਹਾਉਂਦੇ ਨੇ, ਉਹ ਫ੍ਰੀ 'ਚ ਤਾਂ ਨਹੀਂ ਦਿੰਦੇ ਨੇਗੇ। ਕਹਿੰਦੇ ਜੀ ਮੈਂ ਕੋਈ ਕੱਪੜਾ ਬਣਾਉਣਾ ਤਾਂ ਮੈਂ ਕੱਪੜਾ ਦਾਤਾ ਥੋੜੀ ਹੋ ਗਿਆ। ਕਿਸਾਨਾਂ ਨੂੰ ਕਿਉਂ ਤੁਸੀਂ ਅੰਨਦਾਤਾ ਕਹਿੰਦੇ ਹੋ, ਵੀ ਕਿਸਾਨ ਅੰਨਦਾਤਾ ਹੈ ਹੀ ਨਹੀਂ ਜੀ। ਆਪਾਂ ਨਾ ਜਦੋਂ ਛੋਟੇ ਹੁੰਦੇ ਸੀਗੇ, ਆਪਣੇ ਵੱਡੇ ਬਜ਼ੁਰਗ ਕਹਿੰਦੇ ਸੀਗੇ ਰੋਟੀ ਖਾਣ ਤੋਂ ਪਹਿਲਾਂ ਰੱਬ ਨੂੰ ਧੰਨਵਾਦ ਕਰੋ ਜੀ, ਠੀਕ ਹੈ ਜੀ। ਤੇ ਕਈ ਕ੍ਰਿਸਚਨ ਘਰਾਣੇ 'ਚ ਤੇ ਜੂਇਸ਼ ਘਰਾਣੇ 'ਚ ਵੀ ਇਹ ਰਿਵਾਜ ਆ ਕਿ ਉਹ ਪਹਿਲਾਂ ਪ੍ਰੇਅਰ ਬੋਲਦੇ ਆ ਰੋਟੀ ਖਾਣ ਤੋਂ ਪਹਿਲਾਂ। ਕਿਉਂ ਬੋਲਦੇ ਆ? ਕਿ ਰੱਬ ਤੂੰ ਸਾਨੂੰ ਰੋਟੀ ਦਿੱਤੀ, ਅੰਨਦਾਤਾ ਵੱਲੋਂ ਰੋਟੀ ਆਈ ਹੈ, ਤੇ ਉਹਦਾ ਬਹੁਤ ਬਹੁਤ ਧੰਨਵਾਦ, ਠੀਕ ਹੈ। ਇਸ ਲਈ ਇਹ ਚੱਕਰ ਨਹੀਂ ਕਹਿਣ ਦੋ, ਜਿਹੜਾ ਕੱਪੜਾ ਦਿੰਦਾ ਕੱਪੜਾ ਦਾਤਾ, ਜਿਹੜਾ ਅੰਨ ਦਿੰਦਾ ਅੰਨਦਾਤਾ, ਜਿਹੜਾ ਸਾਨੂੰ ਪੁਲਿਸ ਸੇਵਾ ਦਿੰਦੀ ਸਾਡੀ ਪੁਲਿਸ ਦਾਤਾ, ਸੁਰੱਖਿਆ ਦਿੰਦੀ ਪੁਲਿਸ ਦਾਤਾ। ਅਸੀਂ ਤਾਂ ਕਹਿੰਦੇ ਹਾਂ, ਹੱਥ ਜੋੜ ਕੇ ਕਹਿੰਦੇ ਹਾਂ। ਬਾਈ ਜੀ, ਕਿਸ ਤਰ੍ਹਾਂ ਦੇਖਦੇ ਹੋ ਨੌਜਵਾਨਾਂ ਨੂੰ ਘੇਰਿਆ ਜਾ ਰਿਹਾ ਉੱਥੇ ਕਿਸਾਨ ਅੰਦੋਲਨ 'ਚ? ਕਿੰਨੇ ਨੌਜਵਾਨ ਹਜੇ ਤੱਕ ਲਾਪਤਾ ਨੇ?
ਦੇਖੋ ਜੀ, ਪਹਿਲੀ ਤਾਂ ਤੁਹਾਡੇ ਇੱਕ ਗੱਲ ਦਾ ਜਵਾਬ ਦੇਣਾ ਚਾਹੂੰਗਾ। ਜਿਹੜਾ ਤੁਸੀਂ ਕਿਹਾ ਵੀ ਕਿਸਾਨਾਂ ਨੂੰ ਅੰਨਦਾਤਾ ਕਿਉਂ ਕਿਹਾ ਜਾਂਦਾ, ਜਿਹੜੇ ਇਹ ਸਰਕਾਰੀ ਪਿੱਠੂ ਬਣੀ ਬੈਠੇ ਨੇ ਨਾ, ਜਿਹੜੀ ਇਹ ਗੱਲ ਕਹਿੰਦੇ ਆ ਵੀ ਇਸ ਕਿਸਾਨਾਂ ਨੂੰ ਵੀ ਅੰਨਦਾਤਾ ਕਿਉਂ ਕਿਹਾ ਜਾਂਦਾ, ਕੱਲ ਨੂੰ ਇਹੀ ਬੰਦੇ ਇਹ ਆਰਮੀ ਵਾਲੇ ਨੂੰ ਵੀ ਕਹਿ ਸਕਦੇ ਨੇ, ਸਾਡੇ ਦੇਸ਼ ਦੀ ਜਿਹੜੀ ਫੌਜ ਜਿਹੜੇ ਸਰਹੱਦ ਤੇ ਰੱਖਿਆ ਕਰਦੀ ਆ ਉਹਨਾਂ ਨੂੰ ਵੀ ਕਹਿਣਗੇ ਇਹ ਤਨਖਾਹ ਲੈਂਦੇ ਆ ਤਾਂ ਸੇਵਾ ਕਰਦੇ ਨੇ। ਵੀ ਇਹੋ ਜਿਹਾ ਕਿਹੜਾ ਬੰਦਾ ਜਿਹੜਾ ਜਾਨ ਦੀ ਪਰਵਾਹ ਆਪਣੀ ਨਾ ਕਰਦਾ ਹੋਇਆ ਸਰਹੱਦ ਤੇ ਖੜਾ ਹੋਊ, ਉਹ ਵੀ ਸ਼ਹਾਦਤ ਦੇ ਰਿਹਾ ਆਪਣੇ ਦੇਸ਼ ਦੇ ਲਈ ਖੜਾ ਨਾ। ਅੱਜ ਇਹ ਇਹਨਾਂ ਨੂੰ ਕਹਿ ਰਹੇ ਨੇ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਗੰਦੇ ਬੰਦਿਆਂ ਨੂੰ ਜਿਹੜੀ ਇਦਾਂ ਦੀਆਂ ਗੱਲਾਂ ਕਰਦੇ ਨੇ। ਅੰਨਦਾਤਾ ਪਹਿਲਾਂ ਜਿਵੇਂ ਕਹਿੰਦੇ ਅੰਨਦਾਤਾ ਉਹ ਅੰਨ ਉਗਾਉਂਦਾ ਆ, ਉਹਨਾਂ ਕੋਲ ਜ਼ਮੀਨ ਅੰਨ ਉਗਾ ਕੇ ਜਿਵੇਂ ਕਿ 5 ਰੁਪਏ ਕਿਲੋ ਕਾਰਪੋਰੇਟਾਂ ਨੇ 5 ਰੁਪਏ ਕਿਲੋ ਦੇ ਹਿਸਾਬ ਨਾਲ ਆਲੂ ਖਰੀਦ ਕੇ ਸਟੋਰ ਕਰਕੇ 50 ਰੁਪਏ 10 ਗੁਣਾ ਵੱਧ ਪਾ ਕੇ ਵੇਚਿਆ ਸੀ। ਤੇ ਕਿਸਾਨਾਂ ਨੇ ਹੁਣ ਦੁਬਾਰਾ ਜਦ ਆਲੂਆਂ ਨੂੰ ਮਾਰਕੀਟ ਦੇ ਵਿੱਚ ਫਸਲ ਬੀਜ ਕੇ ਲਿਆਂਦਾ ਤਾਂ ਉਹੀ ਆਲੂ ਦਾ ਰੇਟ 10 ਰੁਪਏ ਉਹਨਾਂ ਨੇ ਗਰੀਬਾਂ ਦੇ ਬਜਟ 'ਚ ਲਿਆ ਕੇ ਰੱਖਤਾ। ਇਸ ਲਈ ਅਸੀਂ ਅੰਨਦਾਤਾ ਕਹਿੰਦੇ ਆ ਇਹਨੂੰ। ਠੀਕ ਆ, ਖੇਤੀ ਕਰਨ ਦੇ ਲਈ ਇਕੱਲੇ ਬੀਜ ਨਹੀਂ ਬੀਜੇ ਜਾਂਦੇ, ਨਾਲ ਕਿਸਾਨਾਂ ਦਾ ਖੂਨ ਵੀ ਬੀਜਿਆ ਜਾਂਦਾ, ਨਾਲ ਕਿਸਾਨਾਂ ਦੀ ਖੂਨ ਪਸੀਨੇ ਦੀ ਉਹ ਹੁੰਦੀ ਹੈ, ਇੱਕ ਤਰ੍ਹਾਂ ਮਿਹਨਤ ਹੁੰਦੀ ਹੈ। ਰਾਤ ਨੂੰ ਠੰਡ ਦੇ ਵਿੱਚ ਜਾਂਦੇ ਨੇ, ਉਹ ਉੱਥੇ ਪਾਣੀ ਲਾਉਂਦੇ ਨੇ, ਉਹਨੂੰ ਪਿਆਰ ਨਾਲ ਪਾਲਦੇ ਨੇ, ਬੱਚਿਆਂ ਦੀ ਤਰ੍ਹਾਂ ਪਾਲਦੇ ਨੇ। ਫਿਰ ਉਹਨਾਂ ਨੂੰ ਪੈਸਿਆਂ ਦਾ ਲਾਲਚ ਨਹੀਂ ਹੁੰਦਾ ਹੈਗਾ। ਉਹ ਸਾਡੇ ਦੇਸ਼ ਦੇ ਲਈ, ਸਾਡੇ ਦੇਸ਼ ਦੇ ਲੋਕਾਂ ਦੇ ਲਈ, ਗਰੀਬ ਲੋਕਾਂ ਦੇ ਲਈ ਉਹ ਇਸ ਫਸਲ ਨੂੰ ਘੱਟ ਭਾਅ ਦੇ ਵਿੱਚ ਵੇਚਦੇ ਨੇ। ਉਹ ਇਸ ਕਰਕੇ ਹਰ ਸਾਲ ਅੱਜ ਹਜੇ ਤੱਕ ਤੁਸੀਂ ਦੇਖੇ ਹੋਣਗੇ ਕਿ ਗੁਜਰਾਤ ਦੇ ਵਿੱਚ ਇੱਕ ਸਾਲ ਦੇ ਵਿੱਚ 10,000 ਕਿਸਾਨਾਂ ਨੇ ਸੁਸਾਈਡ ਕੀਤਾ। 6,000 ਕਰੋੜ ਦਾ ਕਿਸਾਨਾਂ ਦਾ ਕਰਜ਼ਾ ਆ। ਔਰ ਇਹ ਅੰਬਾਨੀ ਇਹ ਜਿਹੜੀ ਸਰਕਾਰ, ਮੋਦੀ ਸਰਕਾਰ, ਇੰਨੀ ਗਿਰੀ ਹੋਈ ਸਰਕਾਰ ਹੈ। 6 ਲੱਖ ਕਰੋੜ ਰੁਪਈਆ ਇਹਨਾਂ ਨੇ ਅੰਬਾਨੀਆਂ ਅਡਾਨੀਆਂ ਦਾ ਕਰਜ਼ਾ ਮਾਫ ਕਰ ਦਿੱਤਾ, ਪਰ 6,000 ਕਰੋੜ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕਰ ਸਕੇ। ਇਹ ਜਿੰਨੀਆਂ ਵੀ ਚੀਜ਼ਾਂ ਰੇਲਵੇ ਵੇਚ ਰਹੇ ਨੇ, 에ਅਰ ਇੰਡੀਆ ਵੇਚਤਾ। ਜਿਹੜੇ ਬੰਦੇ ਕਹਿ ਰਹੇ ਨੇ ਵੀ APMC ਮੰਡੀ ਖਤਮ ਨਹੀਂ ਹੋਊਗੀ, ਤੁਸੀਂ ਦੱਸੋ ਮੈਨੂੰ, ਜੀਓ ਦੇ ਸਾਹਮਣੇ BSNL ਕਿਵੇਂ ਖਤਮ ਹੋ ਗਈ? ਜੀਓ ਦੇ ਸਾਹਮਣੇ BSNL ਕਿਵੇਂ ਖਤਮ ਹੋ ਗਈ? ਸਿਲੰਡਰ ਦੇ ਉੱਤੇ ਸਬਸਿਡੀ ਕਿਵੇਂ ਖਤਮ ਹੋ ਰਹੀ ਆ? 에ਅਰ ਇੰਡੀਆ ਕਿਵੇਂ ਖਤਮ ਹੋ ਰਿਹਾ ਹੈ? ਇਹ ਜਿਵੇਂ ਕਹਿ ਰਹੇ ਨੇ ਕਿ ਜਿਵੇਂ ਹੁਣ ਪਹਿਲਾ ਬਿੱਲ ਸਟੋਰੇਜ ਸਿਸਟਮ ਦਾ, ਕਿ ਇਹ ਜਿਹੜੇ ਵੱਡੇ ਧਨਾੜ ਜਿਹੜੇ ਆਉਣਗੇ ਇਹ ਆਪਣੇ ਸਟੋਰ ਦੇ ਵਿੱਚ ਸਟੋਰ ਕਰਨਗੇ ਵੱਡੇ ਲੈਵਲ ਦੇ ਵਿੱਚ। ਕੀ ਇਸ ਦੇ ਵਿੱਚ ਗਾਰੰਟੀ ਹੈਗੀ ਆ ਕਿ 10 ਗੁਣਾ ਰੇਟ ਦੇ ਵਿੱਚ ਨਹੀਂ ਵੇਚਣਗੇ ਉਸ ਨੂੰ? ਅਕਸਰ ਮੀਡੀਆ ਤੇ ਤੁਸੀਂ ਦੇਖਿਆ ਹੋਣਗੇ ਕਿ ਕਿਸ ਤਰ੍ਹਾਂ ਦੇ ਪ੍ਰੋਪੇਗੈਂਡਾ ਚੱਲਦੇ ਨੇ। ਪੁੱਛਦਾ ਹੈ ਭਾਰਤ, ਤੁਹਾਡੇ ਤੋਂ ਕਦੀ ਨਹੀਂ ਕਿਸੇ ਨੇ ਪੁੱਛਿਆ, ਪੁੱਛਦੇ ਮੁੱਦਿਆਂ ਤੇ ਨਹੀਂ ਪੁੱਛਦੇ ਵੀ 에ਅਰ ਇੰਡੀਆ ਕਿਉਂ ਵੇਚੀ। ਇਹ ਵੀ ਪੁੱਛਦਾ ਭਾਰਤ, ਪਰ ਉਹ ਪੁੱਛਦੇ ਹੀ ਨਹੀਂਗੇ। ਦੇਖੋ ਜੀ, ਇਹ ਜਿਹੜੇ ਨੇ ਨਾ, ਇਹ ਸਰਕਾਰੀ ਚੈਨਲ ਆ ਜੀ, ਇਹ ਸਰਕਾਰ ਦੇ ਪੈਸਿਆਂ ਦੇ ਰਾਹੀਂ ਬਣਾਏ ਗਏ ਚੈਨਲ ਨੇ, ਜਿਹੜੇ ਕਿ ਦਿਨ ਰਾਤ ਮੋਦੀ ਸਰਕਾਰ ਕਰਦੇ ਨੇ। ਔਰ ਉਹ ਤੁਸੀਂ ਜਿਹੜਾ ਸਰਕਾਰ ਦਾ ਚੈਨਲ ਹੋਵੇ, ਅਸੀਂ ਉਸ ਤੋਂ ਕੀ ਉਮੀਦ ਕਰਾਂਗੇ ਕਿ ਉਹ ਕਿਸੇ ਇਨਸਾਨੀ ਜਾਂ ਮਨੁੱਖਤਾ ਦੀ ਕੋਈ ਗੱਲ ਕਰੇ? 에ਅਰ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ, 3 ਸਾਲ ਹੋ ਗਏ, ਉਹ ਵੀ ਨਹੀਂ ਵਿਕ ਰਹੀ ਇਹਨਾਂ ਤੋਂ। ਹੁਣ ਆ ਬਜਟ ਤੇ ਫਿਰ ਕਹਿੰਦੇ 2 ਲੱਖ ਕਰੋੜ ਦੀ ਡਿਸਇਨਵੈਸਟਮੈਂਟ ਕਰਨੀ ਹੈ ਇਹਨਾਂ ਨੇ, LIC ਵੇਚ ਦੇਣੀ ਆ, 2 ਪਬਲਿਕ ਸੈਕਟਰ ਬੈਂਕ ਵੇਚ ਦੇਣੇ ਨੇ, ਹੋਰ ਰਹਿ ਕੀ ਜਾਣਾ ਫਿਰ ਲੋਕਾਂ ਕੋਲੇ? ਸਾਰਾ ਕੁਝ ਹੀ ਵੇਚ ਦੋਗੇ ਤਾਂ ਫਿਰ ਸਾਡੇ ਕੋਲੇ ਕੀ ਬਚੂਗਾ ਅੱਗੇ ਲਈ? ਬਸ ਇਹਨਾਂ ਦੇ 2-3 ਪਰਿਵਾਰ ਕੋਲੇ ਚੱਲ ਜਾਣਾ, ਫਿਰ ਉਹਨਾਂ ਦਾ ਹੀ ਚਲੀ ਜਾਣਾ ਕੰਮ ਸਾਰਾ। ਦੇਖੋ ਜੀ, ਜਿਹੜਾ ਬੈਂਕ ਕਿਸਾਨਾਂ ਦਾ ਕਰਜ਼ਾ ਮਾਫ ਕਰਦਾ ਆ, ਉਹ 40,000 ਕਰੋੜ ਦੇ ਮੁਨਾਫੇ 'ਚ ਜਾ ਰਿਹਾ। ਕਿਵੇਂ ਜਾ ਰਿਹਾ ਤੁਸੀਂ ਦੱਸੋ? ਕਿਸਾਨ ਤਾਂ ਹਲੇ ਵੀ ਸੁਸਾਈਡ ਕਰ ਰਿਹਾ ਵਾ। ਕਿਸਾਨਾਂ ਦੀ ਇੰਨੀ ਆਰਥਿਕ ਮੰਦੀ ਦੇ ਵਿੱਚ, ਯਾਨੀ ਜਿਹੜਾ ਅੰਬਾਨੀ ਆ ਉਹਦਾ 10 ਲੱਖ ਕਰੋੜ ਦਾ ਟਰਨਓਵਰ ਵੱਧ ਗਿਆ। ਕਿਵੇਂ ਵੱਧ ਗਿਆ? ਜਦ ਕਿ ਲੋਕਾਂ ਨੂੰ ਰੋਟੀ ਨਹੀਂ ਪੂਰੀ ਹੁੰਦੀ ਪਈ ਹੈ। ਭਾਈ ਜੀ, ਤੁਹਾਨੂੰ ਵੀ ਭਾਰਤ ਪੁੱਛਦਾ, ਤੁਸੀਂ ਕੀ ਇੱਥੇ ਕਰਨ ਆ ਗਏ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਹੁਣ ਇਹ ਅੰਦੋਲਨ ਨੈਸ਼ਨਲ ਨਹੀਂ ਇੰਟਰਨੈਸ਼ਨਲ ਲੈਵਲ ਤੇ ਜਾ ਚੁੱਕਿਆ। ਪੌਪ ਸਟਾਰ ਰਿਹਾਨਾ ਨੇ ਵੀ ਸਾਡੇ ਹੱਕ ਦੇ ਵਿੱਚ ਟਵੀਟ ਕੀਤਾ। ਉਸ ਤੋਂ ਬਾਅਦ ਜੀਓ ਦੀ ਤੇ ਹਾਲੀਵੁੱਡ ਦੇ ਸਾਰੇ ਹੀ ਸਟਾਰ ਜਿੰਨੇ ਵੀ ਨੇ ਉਹ ਸਾਡੇ ਹੱਕ ਦੇ ਵਿੱਚ ਟਵੀਟ ਕਰ ਰਹੇ ਨੇ। ਪਰ ਇੱਕ ਪਾਸੇ ਦੇਖਿਆ ਜਾਵੇ ਬਾਲੀਵੁੱਡ, ਕਿਸੇ ਵੀ ਇੱਕ ਬੰਦੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਟਵੀਟ ਕੀਤਾ। ਸਾਰੇ ਨੇ ਇੱਕ ਤੋਂ ਇੱਕ ਟਵੀਟ ਮੋਦੀ ਦੇ ਹੱਕ ਵਿੱਚ ਕੀਤੇ ਨੇ। ਇਸ ਤੋਂ ਪਤਾ ਲੱਗਦਾ ਹੈ ਕਿ ਹੁਣ ਇਹ ਅੰਦੋਲਨ ਕਿੱਥੋਂ ਤੱਕ ਪਹੁੰਚ ਚੁੱਕਿਆ ਹੈ। ਤੇ ਆਪਾਂ ਦੇਖ ਹੀ ਰਹੇ ਹਾਂ ਕਿ ਇੱਕ ਰਿਹਾਨਾ ਦੀ ਟਵੀਟ ਤੋਂ ਇਹਨਾਂ ਦਾ ਉਹ ਹੋ ਗਿਆ ਕਿ ਸਾਰਿਆਂ ਦਾ ਕਾਪੀ ਪੇਸਟ ਇੰਡੀਆ ਅਗੇਂਸਟ ਪ੍ਰੋਪੇਗੈਂਡਾ ਜਿਹੜਾ ਤੁਸੀਂ ਚਲਾ ਰਹੇ ਹੋ ਘੱਟ ਆ, ਹਨਾ। ਇੰਡੀਆ ਟੂਗੇਦਰ ਤਾਂ ਆਪਾਂ ਕਰ ਲਿਆ, ਤੁਸੀਂ ਤਾਂ ਇਹਨੂੰ ਵੰਡਣ ਦੇ ਲੱਗੇ ਹੋਏ ਹੋ। ਜਿਨ੍ਹਾਂ ਵਿੱਚ ਹੈਗਾ ਜਿਗਰਾ, ਤਾਪਸੀ ਪੰਨੂ ਵਰਗੇ ਹੋ ਗਏ, ਉਹ ਤਾਂ ਬੋਲਦੇ ਪਏ ਨੇ ਕਿ ਵੀ ਹਾਂ ਵੀ ਤੁਸੀਂ ਇੱਕ ਟਵੀਟ ਤੋਂ ਹਿੱਲ ਗਏ ਹੋ ਤਾਂ ਤੁਹਾਡਾ ਕੀ ਜ਼ਮੀਰ ਰਹਿ ਗਿਆ? ਭਾਈ ਜੀ, ਜਿਹੜੇ ਐਕਟਰਸ ਨੇ ਉਹਨਾਂ ਨੇ ਆਪਣੇ ਪੰਜਾਬ ਦੇ ਖੇਤ ਦਿਖਾ ਕੇ ਆਪਣੀਆਂ ਫਿਲਮਾਂ ਦੇ ਬੜੇ ਕਰੋੜਾਂ ਰੁਪਏ ਕਮਾਏ, ਤੇ ਅੱਜ ਜਦੋਂ ਉਹਨਾਂ ਨੇ ਖੇਤਾਂ ਦੀ ਬਚਾਉਣ ਦੀ ਗੱਲ ਆਈ ਤਾਂ ਸਾਰੇ ਪਿੱਛੇ ਹਟ ਗਏ। ਬਿਲਕੁਲ, ਇਹੋ ਜਿਹੇ ਐਕਟਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹੋ ਜਿਹੇ ਜਿਹੜੇ ਐਕਟਰ ਬਣੀ ਫਿਰਦੇ ਨੇ ਬਾਲੀਵੁੱਡ ਦੇ ਵਿੱਚ, ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਸਾਨੂੰ। ਜਿਹੜੇ ਸਰਦਾਰਾਂ ਦੇ, ਜਿਹੜੇ ਕਿਸਾਨਾਂ ਦੇ ਨਾਮ ਤੇ ਫਿਲਮ ਬਣਾਉਂਦੇ ਨੇ, ਲੱਖਾਂ ਰੁਪਈਆ ਕਮਾਉਂਦੇ ਨੇ, ਅੱਜ ਉਹਨਾਂ ਦੀਆਂ ਗੱਲਾਂ ਦੇ, ਉਹਨਾਂ ਦੇ ਅੱਜ ਜਦ ਹੱਕ ਮੰਗਣ ਨੂੰ ਸੜਕ ਦੇ ਉੱਤੇ ਆਏ ਹੋਏ ਨੇ ਤਾਂ ਉਹ ਚੁੱਪ ਬੈਠੇ ਨੇ, ਆਪਣੇ ਘਰਾਂ ਦੇ ਵਿੱਚ ਬੈਠੇ ਨੇ। ਜਦੋਂ ਕੋਈ ਦੂਸਰੇ ਦੇਸ਼ ਦਾ ਸਾਡੇ ਦੇਸ਼ ਦੇ ਕਿਸਾਨੀ ਦੇ ਲਈ ਆਵਾਜ਼ ਚੁੱਕਦਾ ਤਾਂ ਫਿਰ ਉਦੋਂ ਬੋਲਣਾ ਸ਼ੁਰੂ ਕਰ ਦਿੰਦੇ ਨੇ। ਇਹੋ ਜਿਹੇ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹੋ ਜਿਹੇ ਐਕਟਰਾਂ ਦਾ ਬਾਈਕਾਟ ਕਰਨਾ ਚਾਹੀਦਾ। ਇਹ ਲੋਕਾਂ ਦੇ ਨਾਮ ਦੇ ਉੱਤੇ, ਲੋਕਾਂ ਦੀ ਕਿਸਾਨੀ ਦੇ ਉੱਤੇ, ਜਾਂ ਪੰਜਾਬੀ ਬਣ ਕੇ ਜਾਂ ਇਹ ਫਿਲਮ ਬਣਾਉਂਦੇ ਨੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤਾਂ ਤੁਸੀਂ ਆ ਦੇਖਿਆ ਕਿ ਨੌਜਵਾਨਾਂ ਦੇ ਵਿੱਚ ਕਿੰਨੀ ਕੁ
ਅੱਗ ਇਸ ਸਮੇਂ ਭਰੀ ਹੋਈ ਹੈ ਕਿ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਸਰਕਾਰ ਤੇ ਲਗਾਤਾਰ ਤੰਜ ਕੱਸ ਰਹੇ ਨੇ। ਤਾਂ ਇੱਥੇ ਵੀ ਤੁਸੀਂ ਆ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਇੱਥੇ ਨੌਜਵਾਨ ਪਹੁੰਚੇ ਹੋਏ ਨੇ। ਤਾਂ ਵਧੇਰੇ ਅਪਡੇਟ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਕੈਮਰਾਮੈਨ ਵਿਪਨ ਅਰੋੜਾ ਦੇ ਨਾਲ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।